नहीं नहीं भाई हरियाणे वाले बंब कट्टी आते अपना राशन ट्रालियां च पैसे लैके आए थे तो आटा उत्ते कार सेवा वाले फड़ा जाता भी तुम इतने बना लो पका लो तो इतने सारा मैडिसन भी वाधू आ बाकी खाण पीण दुध नूं सारा कुछ सैट है भाई कोई चक्कर नहीं है हो जाना ਵੀਰੇ ਸ਼ਾਂਤਮਈ ਮਾਹੌਲ ਕਰਕੇ ਸਰਕਾਰ ਅੜੀ ਹੋਈ ਆ। ਅਸੀਂ ਨਹੀਂ ਇਹ ਚਾਹੁੰਦੇ ਵੀ ਕੋਈ ਇੱਥੇ ਮੰਨ ਲਓ ਕੋਈ ਖੂਨ ਖਰਾਬਾ ਹੋਵੇ ਕਿਸੇ ਤਰ੍ਹਾਂ ਦਾ ਵੀ, ਪਰੰਤੂ ਅਸੀਂ ਉਹਨਾਂ ਚਿਰ ਵਾਪਸ ਨਹੀਂ ਜਾਵਾਂਗੇ ਜਿੰਨਾ ਚਿਰ ਸਾਡਾ ਇਹ ਕਾਲੇ ਕਾਨੂੰਨ ਸਰਕਾਰ ਖਤਮ ਨਹੀਂ ਕਰਦੀ। Farmer is a magician who produce money from the mud. ਵੀਰੇ ਸ਼ਾਂਤਮਈ ਮਾਹੌਲ ਕਰਕੇ ਸਰਕਾਰ ਅੜੀ ਹੋਈ ਆ। ਅਸੀਂ ਨਹੀਂ ਇਹ ਚਾਹੁੰਦੇ ਵੀ ਕੋਈ ਇੱਥੇ ਮੰਨ ਲਓ ਕੋਈ ਖੂਨ ਖਰਾਬਾ ਹੋਵੇ ਕਿਸੇ ਤਰ੍ਹਾਂ ਦਾ ਵੀ, ਪਰੰਤੂ ਅਸੀਂ ਉਹਨਾਂ ਚਿਰ ਵਾਪਸ ਨਹੀਂ ਜਾਵਾਂਗੇ ਜਿੰਨਾ ਚਿਰ ਸਾਡਾ ਇਹ ਕਾਲੇ ਕਾਨੂੰਨ ਸਰਕਾਰ ਖਤਮ ਨਹੀਂ ਕਰਦੀ। We hate Modi more than we hate ਮਲਾਈ in our ਚਾਹ। ਮਲਾਈ ਤੋਂ ਵੱਧ ਮੈਨੂੰ ਮੋਦੀ ਨਾਲ ਨਫ਼ਰਤ ਹੈ ਇਸ ਟਾਈਮ ਤੇ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਅੱਜ ਏਵਨ ਪੰਜਾਬੀ ਟੀਵੀ ਦੀ ਟੀਮ ਪਹੁੰਚੀ ਹੈ ਜੀ ਟਿੱਕਰੀ ਬਾਰਡਰ ਤੇ। ਇਸ ਤੋਂ ਪਹਿਲਾਂ ਸਿੰਘੂ ਬਾਰਡਰ ਦੀਆਂ ਲਾਈਵ ਤਸਵੀਰਾਂ ਪੂਰੀ ਦੁਨੀਆ ਨੇ ਵੇਖੀਆਂ ਔਰ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਕਿਸਾਨ ਮਜ਼ਦੂਰ ਸਾਂਝੇ ਤੌਰ ਤੇ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ। ਲੇਕਿਨ ਉਸ ਦਾ ਕੱਲ ਕੁਛ ਇੱਕ ਅਨਾਉਂਸਮੈਂਟ ਵੀ ਹੋਈ ਹੈ ਕਿ ਜਿਹੜੇ 4 ਬਿੱਲ ਸਨ ਉਹਨਾਂ ਵਿੱਚੋਂ 2 ਬਾਰੇ ਗੱਲਬਾਤ ਕਰ ਰਹੀ ਹੈ ਸਰਕਾਰ ਕਿ 4 ਜਨਵਰੀ ਨੂੰ ਜਿਹੜੀ ਅਗਲੀ ਮੀਟਿੰਗ ਰੱਖੀ ਗਈ ਆ ਉਸ ਤੇ ਕੀ ਮਤਲਬ ਆਸਾਂ ਹੈ, ਇਹ ਕੀ ਚਾਰੇ ਦੇ ਚਾਰੇ ਜਿਹੜੀਆਂ ਡਿਮਾਂਡਸ ਨੇ ਪੰਜਾਬ ਦੀਆਂ ਪੂਰੇ ਭਾਰਤ ਦੀਆਂ ਕੀ ਉਹ ਕੇਂਦਰ ਸਰਕਾਰ ਉਹਨਾਂ ਨੂੰ ਵਾਪਸ ਲਏਗੀ। ਅੱਜ ਟਿੱਕਰੀ ਬਾਰਡਰ ਤੋਂ ਇਸ ਸਮੇਂ ਤੁਸੀਂ ਲਾਈਵ ਵੇਖ ਰਹੇ ਹੋ ਏਵਨ ਪੰਜਾਬੀ ਚੈਨਲ ਤੇ। ਮੈਂ ਦੱਸਣਾ ਚਾਹੁੰਦਾ ਕਿ ਮੇਰੇ ਨਾਲ ਜਿਵੇਂ ਮੈਂ ਸ਼ੁਰੂ 'ਚ ਦੱਸਿਆ ਸੀ ਕਿ ਇਹ ਨਾ ਮਤਲਬ ਸੰਘਰਸ਼ ਦੇ ਵਿੱਚ ਬੱਚੇ ਤੋਂ ਲੈ ਕੇ ਜਵਾਨ ਤੱਕ, ਇੱਕ ਮਜ਼ਦੂਰ ਤੋਂ ਲੈ ਕੇ ਆਫੀਸਰ ਤੱਕ ਜਿਹੜਾ ਸਟਰਗਲ ਕੀਤਾ ਜਾ ਰਿਹਾ, ਸਾਥ ਦਿੱਤਾ ਜਾ ਰਿਹਾ, ਮੋਢੇ ਨਾਲ ਮੋਢਾ ਲਾ ਕੇ ਕਿਸਾਨ ਜਥੇਬੰਦੀਆਂ ਦੇ ਨਾਲ, ਮਜ਼ਦੂਰ ਜਥੇਬੰਦੀਆਂ ਦੇ ਨਾਲ ਖੜੇ ਨੇ। ਔਰ ਉਹਨਾਂ ਦੇ ਵਿੱਚੋਂ ਜੇ ਪਲੇਅਰ ਦੀ ਗੱਲ ਕਰੀਏ ਜਾਈਏ ਤਾਂ ਕਿਸੇ ਵੀ ਗੇਮ ਦੇ ਨਾਲ ਰਿਲੇਟਡ ਕਿਉਂ ਨਾ ਹੋਣ, ਮੇਰੇ ਨਾਲ 2 ਮੇਰੇ ਵੀਰ ਬੈਠੇ ਨੇ ਜੋ ਇੰਟਰਨੈਸ਼ਨਲ ਕਬੱਡੀ ਦੇ ਖਿਡਾਰੀ ਨੇ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨੀ ਦੇਰ ਤੋਂ ਇਸ ਸੇਵਾ ਵਿੱਚ ਲੱਗੇ ਹੋਏ ਨੇ। ਵੀਰ ਜੀ ਆਪ ਜੀ ਦਾ ਨਾਮ ਕੀ ਹੈ? हाँ जी, मेरा नाम परमजीत सिंह। ਪਰਮਜੀਤ ਜੀ ਕਿੱਥੋਂ ਆਏ ਹੋ, ਕਿਹੜਾ ਜ਼ਿਲ੍ਹਾ ਹੈ ਤੁਹਾਡਾ ਔਰ ਕਿੰਨੇ ਦਿਨਾਂ ਤੋਂ ਇੱਥੇ ਸੇਵਾ ਵਿੱਚ ਲੱਗੇ? हाँ जी, मेरा पिंड थांदेवाला ਜੀ ਜ਼ਿਲ੍ਹਾ ਮੁਕਤਸਰ, ਸ੍ਰੀ ਮੁਕਤਸਰ ਸਾਹਿਬ। ਜੀ ਇੱਥੋਂ ਸਾਨੂੰ 5-7 ਦਿਨ ਹੋ ਗਏ ਪਹਿਲਾਂ ਆਏ। ਜਿਵੇਂ ਸਾਡੇ ਤਕਦੀਰਵਾਰ ਜਿਵੇਂ ਸਾਡਾ ਜਥਾ ਆਉਂਦਾ, ਜਿਵੇਂ ਪਹਿਲਾਂ ਤੋਂ ਅਸੀਂ ਮਤਲਬ ਤੀਜੀ ਪੜਾਅ 'ਚ ਆਏ ਹਾਂ। ਜੀ ਜੀ ਤੇ ਪਹਿਲਾਂ ਵੀ ਸਾਡੇ ਜਿਹੜੇ ਨੌਜਵਾਨ ਪਹਿਲਾਂ ਤੋਂ 24 ਤਰੀਕ ਤੋਂ ਹੀ ਇੱਥੇ ਮਤਲਬ ਸੰਘਰਸ਼ ਦੇ ਵਿੱਚ ਸਾਡੇ ਜੜੇ ਹੋਏ। ਅੱਛਾ, ਮਤਲਬ ਕੀ ਲੱਗ ਰਿਹਾ ਤੁਹਾਨੂੰ ਕਿ ਇਹ ਜਿਹੜੀ ਤੁਸੀਂ ਇਸ ਸਮੇਂ ਪੋਸਟਰਾਂ ਦੀ ਸੇਵਾ ਕਰ ਰਹੇ ਹੋ, ਇਹ ਕਿੰਨੇ ਦਿਨਾਂ ਤੋਂ ਕੀ ਇਹ ਪੋਸਟਰ ਦੇ ਉੱਪਰ ਕਿਸ ਤਰ੍ਹਾਂ ਦੇ ਸਲੋਗਨ ਲਿਖੇ ਜਾਂਦੇ ਨੇ ਕਿ ਉਹ ਮਤਲਬ ਸਿੱਧੇ ਦੇ ਸਿੱਧੇ ਕੇਂਦਰ ਨੂੰ ਟਾਰਗੇਟ ਕਰਦੇ ਨੇ? ਬਿਲਕੁਲ ਜੀ, ਬਿਲਕੁਲ ਕੇਂਦਰ ਨੂੰ ਟਾਰਗੇਟ ਕਰਦੇ ਆ। ਜੋ ਵੀ ਹੈ ਸਾਡਾ ਜਿਹੜਾ ਇਹ ਇੱਥੋਂ ਦਾ ਸੰਘਰਸ਼ ਆ, ਸਾਡੇ ਨੌਜਵਾਨ ਸਪੋਰਟਸ ਜਿਹੜੇ ਆ ਭਲਵਾਨ ਫਰੀਦਕੋਟ ਤੋਂ ਜਿਹੜੇ ਸਾਡੇ ਨਾਲ ਅਸੀਂ ਬੈਠੇ ਆ, ਇਹ ਸਾਰੇ ਭਲਵਾਨੀ ਦਾਇਰੇ ਦੇ ਆ, ਸਾਡੇ ਦੋਸਤ ਮਿੱਤਰ ਬੈਠੇ ਆ। ਅਸੀਂ ਇਹਨਾਂ ਦੀ ਫੁੱਲ ਸਪੋਰਟ ਕਰਦੇ ਆ ਤੇ ਇਹ ਸਾਡਾ ਟਾਰਗੇਟ ਆ ਤਕਰੀਬਨ ਕੇਂਦਰ ਤੱਕ ਹੀ ਟਾਰਗੇਟ ਹੈ ਜੀ। ਮਤਲਬ ਕੀ ਲੱਗ ਰਿਹਾ ਕਿ ਕੇਂਦਰ ਸਰਕਾਰ 4 ਤਰੀਕ ਨੂੰ ਉਹਨਾਂ ਨਾਲ ਆਖਰੀ ਮੀਟਿੰਗ ਹੋਏਗੀ, ਇਸ ਤੋਂ ਬਾਅਦ ਕੇਂਦਰ ਸਰਕਾਰ ਕਹੇਗੀ ਕਿ ਜਾਓ ਬਈ ਵੀਰੋ ਭੈਣੋ ਭਰਾਵੋ ਤੁਸੀਂ ਜਾ ਕੇ ਖੇਤੀ ਨਾਲ ਜੁੜੋ, ਤੁਹਾਡੇ ਕਾਲੇ ਕਾਨੂੰਨ ਵਾਪਸ ਲੈ ਲੈ। ਕੀ ਇਹੋ ਜਿਹੇ ਅਨਾਉਂਸਮੈਂਟ ਆਪਾਂ ਸੁਣਨੇ ਨੂੰ ਤਰਸ ਗਏ ਆ? ਬਿਲਕੁਲ ਜੀ, ਬਿਲਕੁਲ 100% ਇਹ ਗੱਲ 4 ਤਰੀਕ ਨੂੰ ਇਹ ਫੈਸਲਾ ਹੋ ਜਾਣਾ ਵੀ ਇੱਕ ਦਿਨ ਸਾਰੇ ਜਿਹੜੇ ਕਾਲੇ ਕਾਨੂੰਨ ਹੈ ਵਾਪਸ ਲੈ ਕੇ ਤੇ ਸਾਡੇ ਸਾਰੇ ਇੰਡੀਆ ਲੈਵਲ ਨੂੰ ਸਾਰੀ ਖੁਸ਼ਖਬਰੀ ਅਸੀਂ ਦੇਵਾਂਗੇ ਕਿ ਅਸੀਂ ਆਪਦੀ ਜੰਗ ਜਿੱਤ ਕੇ ਘਰਾਂ ਨੂੰ ਵਾਪਸ। ਬਿਲਕੁਲ ਜੀ, ਇਹ ਬਹੁਤ ਵੱਡੀ ਜੰਗ ਹੈ ਔਰ 2020 ਦੀ ਗੱਲ ਕੀਤੀ ਜਾਵੇ ਤਾਂ 2020 ਜਿਹੜਾ ਸਾਲ ਰਿਹਾ ਉਹ ਬਹੁਤ ਹੀ ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ ਰਿਹਾ। ਕਰੋਨਾ ਵਾਇਰਸ ਨੇ ਆਪਾਂ ਨੂੰ ਪ੍ਰਭਾਵਿਤ ਕੀਤਾ ਹੈ ਔਰ ਹੁਣ ਕੇਂਦਰ ਸਰਕਾਰ ਜਿਹੜਾ ਸਾਨੂੰ ਪ੍ਰਭਾਵਿਤ ਕਰ ਰਹੀ ਹੈ, ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਜਿਵੇਂ ਮੈਂ ਦੱਸਿਆ ਕਿ ਇਸ ਸਟਰਗਲ ਦੇ ਵਿੱਚ ਹਰ ਵੀਰ ਨੇ, ਹਰ ਭੈਣ ਨੇ, ਹਰ ਬੱਚੇ ਨੇ ਯੋਗਦਾਨ ਪਾਇਆ। ਸਰ ਆਪ ਜੀ ਦਾ ਨਾਮ ਕੀ ਹੈ ਔਰ ਤੁਸੀਂ ਵੀ ਇੰਟਰਨੈਸ਼ਨਲ ਕਬੱਡੀ ਦੇ ਖਿਡਾਰੀ ਹੋ। ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗਾ ਛੋਟੀ ਜਿਹੀ ਜਾਣਕਾਰੀ ਲਈ ਕਿਹੜੇ ਕੰਟਰੀ ਜਾਣ ਦਾ ਮੌਕਾ ਮਿਲਿਆ? ਮੈਂ ਬਾਈ ਜੀ 2 ਵਾਰੀ ਇੰਗਲੈਂਡ ਗਿਆ ਤੇ 1 ਵਾਰੀ ਅਮਰੀਕਾ ਖੇਡ ਕੇ ਆਇਆ ਜੀ। ਅੱਛਾ, ਕੀ ਲੱਗ ਰਿਹਾ ਕਿੰਨੇ ਦਿਨ ਤੋਂ ਤੁਸੀਂ ਇੱਥੇ ਬੈਠੇ ਹੋ ਕੇਂਦਰ ਸਰਕਾਰ ਦੇ ਖਿਲਾਫ ਸ਼ਾਂਤਮਈ ਤਰੀਕੇ ਨਾਲ? ਹਾਂਜੀ ਬਾਈ, ਮੈਂ 26 ਤਰੀਕ ਤੋਂ ਦੱਬ ਵਾਲੀ ਤੋਂ ਅਸੀਂ ਆਏ ਆ ਇੱਥੇ। ਪਹਿਲਾਂ 10 ਦਿਨ ਲਾ ਗਏ, ਫਿਰ 5 ਦਿਨ ਪਿੰਡ ਲਾ ਗਏ, ਫਿਰ ਹੁਣ ਇੱਥੇ ਹੀ ਆ ਲਗਾਤਾਰ। ਮਤਲਬ ਅਜੇ ਹੋਰ ਕਿੰਨੀ ਦੇਰ ਤੱਕ ਆਪਾਂ ਨੂੰ ਸਟਰਗਲ ਕਰਨਾ ਪੈ ਸਕਦਾ ਹੈ? ਬਈ ਹੁਣ ਲੱਗਦਾ ਹੈ 4 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਆ ਉਹਦੇ 'ਚ ਕੋਈ ਫੈਸਲਾ ਵਧੀਆ ਆਵੇ। ਬਾਕੀ ਆਪਾਂ ਬੈਠੇ ਆ, ਕੋਈ ਚੱਕਰ ਨਹੀਂ। ਜੇ 6 ਮਹੀਨੇ ਵੀ ਲੱਗ ਜਾਂਦਾ, 6 ਮਹੀਨੇ ਤਿਆਰੀ ਕਰਕੇ ਆਏ ਆ ਬਈ। ਟਿੱਕਰੀ ਬਾਰਡਰ ਤੇ ਕੀ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਇਸ, ਕਿਉਂਕਿ ਘਰ ਦੇ ਹਾਲਾਤ ਆਪਾਂ ਛੱਡ ਕੇ ਆਏ ਆ, ਮਤਲਬ ਫਿਰ ਵੀ ਕਿਤੇ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ। ਕਿਹੜੀਆਂ ਪ੍ਰੋਬਲਮ ਚੋਂ ਆਪਾਂ ਗੁਜ਼ਰ ਰਹੇ ਹਾਂ?
ਬਈ ਵੈਸੇ ਤਾਂ ਹੌਸਲੇ ਬੁਲੰਦ ਆ, ਕੋਈ ਚੱਕਰ ਨਹੀਂ ਗਾ ਨਾ। ਪ੍ਰੋਬਲਮ ਤਾਂ ਜਦੋਂ ਆਪਣਾ ਹੱਕਾਂ ਲਈ ਲੜੀ ਜਾਂਦੇ ਆ ਸਾਰਾ ਕੁਝ ਸਹਿਣ ਕਰ ਲਾਂਗੇ ਨਾ। ਬਸ ਠੰਡ ਜ਼ਿਆਦੇ ਆ ਪਰ ਫਿਰ ਵੀ ਹੌਸਲੇ ਬੁਲੰਦ ਆ ਬਈ, ਕੋਈ ਸਮੱਸਿਆ ਨਹੀਂ, ਠੀਕ ਆ ਕੰਮ। ਖਾਣ ਪੀਣ ਦੀ ਕੋਈ ਦਿੱਕਤ, ਮੈਡੀਸਨ ਦੀ ਕੋਈ ਦਿੱਕਤ, ਕਿਸੇ ਕਿਸਮ ਦੀ ਕੋਈ ਦਿੱਕਤ ਹੈ ਤਾਂ ਤੁਸੀਂ ਏਵਨ ਪੰਜਾਬੀ ਚੈਨਲ ਨਾਲ ਸਾਂਝੀ ਕਰ ਸਕਦੇ ਹੋ। ਨਹੀਂ ਬਈ, ਹਰਿਆਣੇ ਵਾਲੇ ਬੰਬ ਕੱਢੀ ਆਉਂਦੇ ਆ। ਆਪਣਾ ਤਾਂ ਇਹ ਰਾਸ਼ਨ ਟਰਾਲੀਆਂ 'ਚ ਹੀ ਪਿਆ ਜਿਹੜਾ ਲੈ ਕੇ ਆਏ ਸੀਗੇ। ਅਸੀਂ ਤਾਂ ਆਟਾ ਉੱਥੇ ਕਾਰਸੇ ਵਾਲਿਆਂ ਨੂੰ ਫੜਾ ਜਾਂਦਾ ਵੀ ਤੁਸੀਂ ਇੱਥੇ ਬਣਾ ਦਿਓ, ਪਕਾ ਲਓ। ਤਾਂ ਇੱਥੇ ਸਾਰਾ ਮੈਡੀਸਨ ਵੀ ਵਾਧੂ ਆ, ਬਾਕੀ ਖਾਣ ਪੀਣ ਦੁੱਧ ਨੂੰ ਸਾਰਾ ਕੁਝ ਸੈੱਟ ਆ ਕੰਮ ਬਈ, ਕੋਈ ਚੱਕਰ ਨਹੀਂ ਗਾ ਇਹੋ ਜਿਹਾ ਨਾ। ਅੱਛਾ ਵੀਰ ਜੀ, ਇਹ ਜਿੰਨੇ ਵੀ ਮੇਰੇ ਵੀਰ ਬੈਠੇ ਨਜ਼ਰ ਆ ਰਹੇ ਨੇ ਪੋਸਟਰ ਮੇਕਿੰਗ ਦੇ ਵਿੱਚ ਲੱਗੇ ਹੋਏ ਨੇ, ਕੁਝ ਬੱਚੀਆਂ ਵੀ ਲੱਗੀਆਂ ਹੋਈਆਂ ਨੇ, ਮੈਂ ਇਹ ਸਾਰੇ ਮਤਲਬ ਕਹਿਣ ਵਾਲੇ ਪਲੇਅਰ ਨੇ ਕਿਸ ਗੇਮ ਨਾਲ ਜੁੜੇ ਹੋਏ ਨੇ? ਇਹ ਬਈ ਜਿਹੜਾ ਇੱਥੇ ਆਪਾਂ ਲਾਇਆ ਸੀ ਆਪਣੇ ਖਾੜੇ ਤੋਂ, ਫਰੀਦਕੋਟ ਤੋਂ ਹੀ ਭਲਵਾਨਾਂ ਨੇ ਲਾਇਆ ਸੀਗਾ। ਮੁੜ ਕੇ ਆਪਣਾ ਲੱਪੀ ਵੀਰ ਹੈ, ਉਹ ਵੀ ਆ ਗਏ ਸੀ। ਮੁੜ ਕੇ ਇੱਥੇ ਜਿਹੜੇ ਜਾਂਦੇ ਨਾਂਦੇ ਡਰਦੇ ਇੱਥੇ ਆ ਜਾਂਦੇ, ਸੇਵਾ ਕਰੀ ਜਾਂਦੇ ਆ। ਮਤਲਬ ਜਿਹੜੇ ਪੜ੍ਹੇ ਲਿਖੇ ਨੇ ਉਹ ਆ ਕੇ ਆਪਣੀ ਸੇਵਾ ਵਿੱਚ ਲੱਗ ਜਾਂਦੇ। ਹਾਂਜੀ ਬੂਟਾ ਲਾਤਾ ਇਹਨਾਂ ਨੇ, ਬਾਕੀ ਸੇਵਾ ਕਰੀ ਜਾਂਦੇ, ਪਾਣੀ ਪਾਈ ਜਾਂਦੇ ਸਾਰੇ ਹੀ। ਹਾਂਜੀ। ਔਰ ਦੋਸਤੋ, ਬਹੁਤ ਵੱਡੀ ਗੱਲ ਕੀਤੀ ਹੈ ਕਿ ਬੂਟਾ ਲੱਗਾ ਹੋਇਆ ਹੈ। ਹੁਣ ਪਾਣੀ ਜਿਹੜਾ ਹੈ ਉਹ ਨੌਜਵਾਨ ਪੀੜ੍ਹੀ ਦੇ ਰਹੀ ਹੈ, ਆਪਣੇ ਹਿਸਾਬ ਦੇ ਨਾਲ ਲੱਗੇ ਹੋਏ ਨੇ। ਮੇਰੇ ਨਾਲ ਕੁਝ ਨੌਜਵਾਨ ਪੀੜ੍ਹੀ ਦੇ ਵੀਰ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹੋ। ਸਰ, ਕਿੱਥੋਂ ਆਏ ਹੋ? ਇੰਨਾ ਖੇੜਾ ਪਿੰਡ ਤੋਂ ਜੀ। ਕਿਹੜੇ ਜੀ? ਇੰਨਾ ਖੇੜਾ ਪਿੰਡ ਜੀ। ਇਹ ਜ਼ਿਲ੍ਹਾ ਕਿਹੜਾ ਆਪਣਾ? ਜ਼ਿਲ੍ਹਾ ਮੁਕਤਸਰ ਸਾਹਿਬ। ਮੁਕਤਸਰ ਸਾਹਿਬ। ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਸੇਵਾ ਤੇ ਬੈਠੇ ਹੋ? ਕੀ ਰੋਜ਼ ਤੁਸੀਂ ਇਸ ਤਰ੍ਹਾਂ ਦੀ ਸੇਵਾ ਕਰਦੇ ਹੋ ਜਾਂ ਅਲੱਗ-ਅਲੱਗ ਜਾ ਕੇ ਮਤਲਬ ਅਲੱਗ-ਅਲੱਗ ਸੇਵਾਵਾਂ ਦੇ ਵਿੱਚ ਆਪਣਾ ਟਾਈਮ ਦਿੰਦੇ ਹੋ? ਅਸੀਂ ਜੀ ਵੈਸੇ ਤਾਂ ਮੈਂ ਤਾਂ ਹੁਣੇ ਆਇਆ, ਪਰ ਮੇਰੇ ਪਾਪਾ ਫਾਦਰ ਸਾਹਿਬ ਹੋ ਗਏ ਜਾਂ ਮੇਰੇ ਬ੍ਰਦਰ ਹੋ ਗਏ, ਸਿਸਟਰਸ ਹੋ ਗਏ, ਅਸੀਂ ਕਾਫੀ ਦਿਨਾਂ ਤੋਂ, ਮਹੀਨਾ ਹੀ ਹੋ ਗਿਆ ਸਾਨੂੰ ਇੱਥੇ ਜਿਵੇਂ ਆਉਂਦੇ ਜਾਂਦੇ ਅਸੀਂ ਰਹਿੰਦੇ ਹਾਂ। ਤੇ ਅਸੀਂ ਸੰਘਰਸ਼ ਜਿਵੇਂ ਯੋਗਦਾਨ ਪਾਇਆ ਜੀ, ਪੋਸਟਰ ਬਣਾਉਂਦੇ ਆਪਣਾ। ਜੀ ਤੇ ਲੋਕ ਆ ਕੇ ਜਿਵੇਂ ਕਿਸੇ ਦੀ ਖੁਆਇਸ਼ ਹੁੰਦੀ ਹੈ ਕੁਝ ਲਿਖਾਉਣਾ, ਅਸੀਂ ਇੰਗਲਿਸ਼ ਲਿਖ ਕੇ ਦੇ ਦਿੰਦੇ ਹਾਂ ਉਹਨਾਂ ਨੂੰ, ਜਾਂ ਪੰਜਾਬੀ ਲਿਖਾਉਣਾ ਜਾਂ ਹਿੰਦੀ 'ਚ ਲਿਖਾਉਣਾ। ਮਤਲਬ ਅਸੀਂ ਮਦਦ ਕਰਦੇ ਹਾਂ, ਜੋ ਉਹਨਾਂ ਨੇ ਲਿਖਾਉਣਾ ਨਹੀਂ ਭਾਵਨਾ ਹੈਗੀ ਹੈ ਉਹ ਲਿਖ ਕੇ ਪੋਸਟਰ ਦੇ ਜ਼ਰੀਏ, ਬੈਨਰ ਦੇ ਜ਼ਰੀਏ ਇਹ ਬਿਆਨ ਕਰ ਦਿੰਦੇ ਜੀ। ਅੱਛਾ, ਇੱਕ ਮੇਰੇ ਨਾਲ ਵੀਰ ਹੋਰ ਜੁੜੇ ਨੇ ਜਿਹੜੇ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਤਰੀਕੇ ਨਾਲ, ਜਿਨ੍ਹਾਂ ਦੀ ਫਸਟ ਮੀਟਿੰਗ ਹੋਈ ਹੈ। ਸਰ, ਆਪ ਜੀ ਦਾ ਨਾਮ ਕੀ ਹੈ, ਕਿੱਥੋਂ ਆਏ ਹੋ ਔਰ ਕਿੰਨੇ ਦਿਨਾਂ ਤੋਂ ਇਸ ਸੇਵਾ ਵਿੱਚ ਲੱਗੇ ਹੋ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇੱਥੇ ਆਇਆਂ ਨੂੰ ਲਗਭਗ 28-29 ਤਰੀਕ ਤੋਂ ਅਸੀਂ ਇੱਥੇ ਹਾਂ। ਜੋ ਇਹ ਟੈਂਟ ਦੀ ਜਗ੍ਹਾ ਇੱਥੋਂ ਲੈ ਕੇ ਜੋ 20 ਬਣਦੀ ਹੈ ਉੱਥੋਂ ਤੱਕ 26-27 ਤਰੀਕ ਤੱਕ ਦੀਆਂ ਇਹ ਟਰਾਲੀਆਂ, 28 ਤਰੀਕ ਵਾਲੀਆਂ ਟਰਾਲੀਆਂ ਤਾਂ ਉਦੋਂ ਬਹੁਤ ਪਿੱਛੇ ਰਹਿ ਜਾਂਦੀਆਂ। ਸਾਡਾ ਮੇਨ ਮਕਸਦ ਇੱਥੇ ਕੀ ਹੈ ਕਿ ਸਾਡੀ ਆਵਾਜ਼ ਜੋ ਇੱਥੇ ਬਾਰਡਰ ਤੇ ਉਹਨਾਂ ਨੇ ਬੈਰੀਕੇਡ ਲਾਤੇ, ਜੋ ਆਪਣੇ ਦੂਸਰਾ ਮੀਡੀਆ ਉਹ ਤੋਂ ਕਵਰ ਨਹੀਂ ਕਰ ਸਕਦਾ, ਉਹ ਸਾਡੇ ਵਿੱਚ ਆਉਣੋਂ ਥੋੜਾ ਕਤਰਾਉਂਦਾ ਹੈ। ਨਹੀਂ, ਅੱਜ ਤੱਕ ਤੁਸੀਂ ਜਿੰਨੇ ਦਿਨ ਤੋਂ ਬੈਠੇ ਹੋ, ਕੀ ਇਸ ਕੋਈ ਮੀਡੀਆ ਆਇਆ ਤੁਹਾਨੂੰ ਕਵਰ ਕਰਨ ਵਾਸਤੇ? ਆਪਣੇ ਬਹੁਤ ਲੋਕਲ ਮੀਡੀਆ, ਕੋਈ ਨੈਸ਼ਨਲ ਲੈਵਲ ਦੇ ਚੈਨਲ ਤਾਂ ਬਿਲਕੁਲ ਹੀ ਨਹੀਂ ਆਉਂਦੇ। ਇੱਥੋਂ ਪੰਜਾਬ ਹਰਿਆਣਾ ਜੋ ਵੀਰ ਜੋ ਯੂਟਿਊਬਰ ਹੈ ਜੋ ਇੱਥੇ ਲੋਕਲ ਹੈ ਉਹੀ ਚੈਨਲ ਚੱਲ ਰਹੇ ਹੈ। ਉਹਨਾਂ ਦੇ ਥਰੂ ਹੀ ਕਿਵੇਂ ਤੁਸੀਂ ਭਰਾ ਹੋ, ਸਾਡੀ ਆਵਾਜ਼ ਤੁਸੀਂ ਦੁਨੀਆ 'ਚ ਲੈ ਕੇ ਜਾਂਦੇ ਹੋ। ਤੇ ਮਾਸ਼ਾਅੱਲਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ, ਆਪਣੇ ਲੋਕਲ ਚੈਨਲਸ ਨੇ ਜੋ ਸਾਡੀ ਆਵਾਜ਼ ਪਹੁੰਚਾਈ। ਫਿਰ ਵੀ ਅਸੀਂ ਆਵਾਜ਼ ਆਪਦੇ ਪੋਸਟਰਾਂ ਦੇ ਥਰੂ ਤੇ ਗਵਰਨਮੈਂਟ ਕੋਲੇ ਲਾਉਣੇ ਆ। ਜਿਵੇਂ ਉਹ ਸਾਨੂੰ ਕਹਿੰਦੇ ਸੀਗੇ ਕਿ ਫਾਰਮਰਸ ਦੀ ਫੰਡਿੰਗ ਆ ਰਹੀ ਹੈ, ਟੈਰਰਿਸਟ ਫੰਡਿੰਗ ਆ ਰਹੀ ਹੈ, ਇਹ ਬਹੁਤ ਵੱਡਾ ਨੈਸ਼ਨਲ ਮੀਡੀਆ ਦਾ ਹੁਣ ਮੁੱਦਾ ਬਣਿਆ ਸੀ। ਤਾਂ ਉਸ ਹਿਸਾਬ ਨਾਲ ਅਸੀਂ ਹੁਣ ਨਵਾਂ ਪੋਸਟਰ ਸ਼ੁਰੂ ਕੀਤਾ ਹੈ। ਤਾਂ ਫਾਰਮਰ ਇਜ਼ ਅ ਮੈਜੀਸ਼ੀਅਨ ਹੂ ਪ੍ਰੋਡਿਊਸ ਮਨੀ ਫਰੋਮ ਦਾ ਮਡ। ਠੀਕ ਹੈ, ਹੁਣ ਵੀ ਇਹ ਸਾਨੂੰ ਇਹਨਾਂ ਨੇ ਇੱਥੇ ਗਲੀਆਂ 'ਚ ਪਾ ਰੱਖਿਆ, ਗਲੀਆਂ 'ਚ ਅਸੀਂ ਇੱਥੇ ਪਏ ਹਾਂ, ਪਰ ਅਸੀਂ ਡਟੇ ਰਵਾਂਗੇ। ਜਿੰਨਾ ਟਾਈਮ ਇਹ ਆਪਦੇ ਕਾਲੇ ਕਾਨੂੰਨ ਵਾਪਸ ਨਹੀਂ ਲਊਗਾ ਤਾਂ ਅਸੀਂ ਇੱਥੇ ਡਟੇ ਰਵਾਂਗੇ। ਬਿਲਕੁਲ ਜੀ, ਬਿਲਕੁਲ। ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਲਿੱਤੇ ਜਾਣਗੇ, ਇਹਨਾਂ ਨੇ ਕਿਹਾ ਕਿ ਅਸੀਂ ਡਟੇ ਰਹਾਂਗੇ। ਹੋਰ ਮੇਰੇ ਵੀਰ ਖਾਲਸਾ ਜੀ ਵੀ ਇੱਧਰ ਆਏ ਹੋਏ ਨੇ, ਉਹਨਾਂ ਨਾਲ ਵੀ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਦੇ ਹੋ। ਖਾਲਸਾ ਜੀ, ਕਿੱਥੋਂ ਆਏ ਹੋ ਔਰ ਕਿੰਨੇ ਦਿਨ ਤੋਂ ਇੱਥੇ ਸੇਵਾ ਵਿੱਚ ਲੱਗੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਪਿੰਡ ਰਾਣੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪੰਜਾਬ ਤੋਂ ਆਏ ਹਾਂ ਜੀ। ਹਾਂਜੀ। ਕਿੰਨੇ ਦਿਨਾਂ ਤੋਂ ਇੱਥੇ ਸਾਡੇ ਨਾ ਪਿੰਡ ਦੇ ਵਿੱਚ ਉਹਨਾਂ ਨਾਲ ਇੱਕ ਅਸੀਂ ਆਪਦਾ ਕਾਨੂੰਨ ਬਣਾਇਆ ਵੀ ਜਿਵੇਂ ਅਸੀਂ 12 ਤੋਂ 15 ਬੰਦੇ ਇੱਥੇ ਰਹਿੰਦੇ ਆ, ਹਰ 8 ਦਿਨ ਬਾਅਦ ਅਸੀਂ ਨਵਾਂ ਗਰੁੱਪ ਪਿੰਡੋਂ ਭੇਜ ਦਿੰਦੇ ਆ। ਅਸੀਂ ਆਪਦਾ ਇੱਕ ਤੰਬੂ ਲਾਇਆ, ਇੱਕ ਟਰਾਲਾ ਲੈ ਕੇ ਆਏ ਹੋਏ ਆ, ਆਪਦਾ ਅਸੀਂ ਰਾਸ਼ਨ ਪਾਣੀ ਤਿਆਰ ਕਰਦੇ ਆ। ਅਸੀਂ ਆਪਦੇ ਪਿੰਡ ਵਿੱਚ ਪਰਨ ਕੀਤਾ ਵੀ ਜਿੰਨਾ ਚਿਰ ਇਹ ਕਾਲੇ ਕਾਨੂੰਨ ਖਤਮ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਜਾਵਾਂਗੇ ਜੀ। ਲਗਾਤਾਰ ਅਸੀਂ ਇੱਥੇ ਰਵਾਂਗੇ। ਲੇਕਿਨ ਕੇਂਦਰ ਸਰਕਾਰ ਚੁਕੰਦਾ ਨਾਮ ਕਿਉਂ ਨਹੀਂ ਲੈ ਰਹੀ? ਆਖਰ ਸਾਡੇ 'ਚ ਮਤਲਬ ਕਿਸ ਚੀਜ਼ ਦੀ ਕਮੀ ਹੈ? ਇਸ ਕਰਕੇ ਕਮੀ ਮਹਿਸੂਸ ਕਰ ਰਿਹਾ ਕਿ ਸ਼ਾਂਤਮਈ ਹੈ ਔਰ ਪੰਜਾਬੀਆਂ ਨੂੰ ਜਿਸ ਤਰ੍ਹਾਂ ਦਾ ਮਾਹੌਲ ਹੈ ਪੰਜਾਬੀ ਉਸ ਤਰ੍ਹਾਂ ਦੇ ਬਣ ਜਾਂਦੇ ਨੇ। ਵੀਰੇ, ਸ਼ਾਂਤਮਈ ਮਾਹੌਲ ਕਰਕੇ ਸਰਕਾਰ ਅੜੀ ਹੋਈ ਆ। ਅਸੀਂ ਨਹੀਂ ਇਹ ਚਾਹੁੰਦੇ ਵੀ ਕੋਈ ਇੱਥੇ ਮੰਨ ਲਓ ਕੋਈ ਖੂਨ ਖਰਾਬਾ ਹੋਵੇ ਕਿਸੇ ਤਰ੍ਹਾਂ ਦਾ ਵੀ, ਪਰੰਤੂ ਅਸੀਂ ਉਹਨਾਂ ਚਿਰ ਵਾਪਸ ਨਹੀਂ ਜਾਵਾਂਗੇ ਜਿੰਨਾ ਚਿਰ ਸਾਡਾ ਇਹ ਕਾਲੇ ਕਾਨੂੰਨ ਸਰਕਾਰ ਖਤਮ ਨਹੀਂ ਕਰਦੀ। ਚਾਹੇ ਸਾਨੂੰ ਸਾਲ, 6 ਮਹੀਨੇ, 2 ਸਾਲ ਵੀ ਬਹਿਣਾ ਪਵੇ, ਅਸੀਂ ਧਰਨੇ ਦੇ 'ਚ ਡਟ ਕੇ ਬੈਠਾਂਗੇ।
ਕਿੰਨਾ ਚਿਰ ਸਾਨੂੰ ਮਰਜ਼ੀ ਇੱਥੇ ਰਹਿਣਾ ਪਵੇ, ਅਸੀਂ ਇਹ ਕਾਲੇ ਕਾਨੂੰਨ ਵਾਪਸ ਕਰਾ ਕੇ ਹੀ ਵਾਪਸ ਜਾਵਾਂਗੇ। ਬਿਲਕੁਲ ਜੀ ਬਿਲਕੁਲ। ਔਰ ਜਦੋਂ ਵੀ ਪੰਜਾਬੀਆਂ ਨੂੰ ਜਿੱਤਿਆ ਹੈ ਤੇ ਨਰਮ ਦਿਲੀ ਕਰਕੇ ਜਿੱਤਿਆ ਗਿਆ ਹੈ, ਔਰ ਜੋ ਵੀ ਪੰਜਾਬੀਆਂ ਦੇ ਅੱਗੇ ਅੜਦਾ ਹੈ ਫਿਰ ਪੰਜਾਬੀ ਉਸ ਨੂੰ ਅੜਨ ਦਾ ਜਵਾਬ ਵੀ ਦਿੰਦੇ ਨੇ। ਇੱਕ ਮੇਰੇ ਵੀਰ ਖਾਲਸਾ ਜੀ ਹੋਰ ਨੇ ਔਰ ਮੈਂ ਚਾਹੁੰਦਾ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ। ਸਰ ਕਿੱਥੋਂ ਆਏ ਹੋ ਔਰ ਕਿੰਨੇ ਦਿਨ ਤੋਂ ਡਟੇ ਹੋ ਤੁਸੀਂ ਇਸ ਨਾਲ ਮੋਰਚਿਆਂ ਤੇ? ਵਾਹਿਗੁਰੂ ਜੀ ਦਾ ਖਾਲਸਾ ਜੀ, ਵਾਹਿਗੁਰੂ ਜੀ ਦੀ ਫਤਿਹ ਜੀ। ਮੇਰਾ ਪਿੰਡ ਲਾਂਬਾ ਜੀ, ਮੇਰਾ ਨਾਮ ਸੁਖਦੇਵ ਸਿੰਘ, ਜ਼ਿਲ੍ਹਾ ਮੇਰਾ ਫਤਿਆਬਾਦ ਆ, ਤਹਿਸੀਲ ਰਤੀਆ, ਡਾਕਖਾਨਾ ਚਮੋ ਜੀ। ਜੋ ਕਿ ਇਹ ਮੋਦੀ ਤਾਨਾਸ਼ਾਹੀ ਸਰਕਾਰ ਆ, ਇਸ ਟਾਈਮ ਇਹ ਮੋਦੀ ਹਾਰ ਚੁੱਕਿਆ ਆ ਬਿਲਕੁਲ। ਇਹ ਆਪਦੇ ਬਿਲਕੁਲ ਇਹ ਔਰੰਗਜ਼ੇਬ ਨਾਲ ਦੀ ਨੀਤੀ ਲੈ ਕੇ ਤੁਰਿਆ ਆ। ਬਿਲਕੁਲ ਠੀਕ ਹੈ ਜੀ। ਜੀ ਵੇਖੋ ਉਦੋਂ ਵੀ ਸ਼ਹਾਦਤਾਂ ਹੋਈਆਂ, ਨਿੱਕੇ 4 ਸਾਹਿਬਜ਼ਾਦੇ ਸ਼ਹੀਦ ਹੋਏ। ਔਰੰਗਜ਼ੇਬ ਨੇ, ਗੰਗੂ ਪਾਪੀ ਨੇ ਪਾਪ ਕੀਤਾ ਸੀ, ਉਹਨੇ ਵੀ ਕੀਤਾ ਸੀ ਨਾ ਪਾਪ। ਜੀ ਜੀ। ਇਹ ਅੱਜ ਜਿਹੜਾ ਜਿਹਨੇ ਜਿਹਨੇ ਪਾਪ ਕੀਤਾ ਉਹਦਾ ਸਤਿਆਨਾਸ਼ ਹੀ ਹੋਇਆ ਹੈ। ਜੀ ਬਿਲਕੁਲ ਹੋਇਆ ਜੀ, ਬਿਲਕੁਲ ਹੋਇਆ। ਅਰੇ ਇਹਦਾ ਵੀ ਹੋਏਗਾ। ਇਹ ਮਾੜੀ ਮੌਤ ਮਰੇਗਾ, ਇਹਨੂੰ ਮੌਤ ਨਹੀਂ ਆਉਣੀ। ਬਿਲਕੁਲ ਬਿਲਕੁਲ ਪਛਤਾਏਗਾ, ਬਹੁਤ ਪਛਤਾਏਗਾ। ਜਿਸ ਤਰ੍ਹਾਂ ਨੇ ਪੰਜਾਬੀਆਂ ਦੇ ਨਾਲ ਡਟੇ ਹੋਏ ਨੇ ਇਹ ਮੇਰੇ ਵੀਰ ਨੇ, ਦੇਖੋ ਤੁਸੀਂ, ਇਹ ਆਪਣੇ ਆਪ ਵਿੱਚ ਇੱਕ ਪ੍ਰੋਟੈਸਟ ਕਰ ਰਹੇ ਨੇ। ਔਰ ਦੇਖੋ ਜਲਾਲਾਬਾਦ ਤੋਂ ਨੇ, ਜਲਾਲਾਬਾਦ ਤੋਂ ਮੇਰੇ ਵੀਰ ਨੇ। ਵੀਰ ਜੀ ਕਿੰਨੇ ਦਿਨ ਤੋਂ ਤੁਸੀਂ ਡਟੇ ਹੋ ਇਸ ਧਰਨੇ ਤੇ? 25 ਦਿਨ ਤੋਂ ਭਾਜੀ। ਹਾਂ 25 ਦਿਨਾਂ ਦੇ ਵਿੱਚ ਮੈਂ 4 ਵਾਰ ਘਰ ਗੇੜਾ ਮਾਰ ਕੇ ਆਇਆ। ਅੱਛਾ। ਹਾਂਜੀ, ਮੈਂ ਇੱਕ ਕਿਸਾਨ ਨਹੀਂ, ਲੇਕਿਨ ਮੈਂ ਇੱਕ ਪੇਂਟਰ ਹਾਂ, ਆਰਟਿਸਟ ਵੀ ਹਾਂ, ਲੇਕਿਨ ਮੇਰੇ ਕੋਲ 1 ਕਿੱਲਾ ਜ਼ਮੀਨ ਨਹੀਂ, ਮੈਂ ਕਿਸਾਨਾਂ ਦੀ ਫੁੱਲ ਸਪੋਰਟ ਕਰ ਰਿਹਾ। ਅੱਛਾ, ਮਤਲਬ ਦਿਲੋਂ ਜੁੜੇ ਹੋਏ ਹੋ ਤੁਸੀਂ। ਮਤਲਬ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਜਿਹੜੀ 4 ਜਨਵਰੀ ਨੂੰ ਇੱਕ ਮੀਟਿੰਗ ਬੜੀ ਅਹਿਮ ਹੋਣ ਜਾ ਰਹੀ ਹੈ, ਉਸ ਤੋਂ ਮਤਲਬ ਪਿੱਛੇ ਹਟੇਗੀ ਜਾਂ ਅਜੇ ਆਪਾਂ ਨੂੰ ਹੋਰ ਇੰਤਜ਼ਾਰ ਕਰਨਾ ਪਏਗਾ? ਦੇਖੋ ਜੀ, 4 ਜਨਵਰੀ ਜੋ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਜੇ ਉਹ ਕਹਿ ਰਹੀ ਹੈ ਕਿ ਜੋ 3 ਕਾਨੂੰਨ ਬਣੇ ਨੇ ਉਹਨਾਂ ਵਿੱਚ ਅਸੀਂ ਬਦਲਾਅ ਕਰਕੇ ਕਿਸਾਨ ਨੂੰ ਖੁਸ਼ ਕਰ ਦਈਏ, ਪਰ ਇਹ ਨਹੀਂ ਹੋ ਸਕਦਾ। ਜੇ 3 ਕਾਨੂੰਨ ਬਣੇ ਨੇ ਤਾਂ ਉਹ ਵਾਪਸੀ ਹੋਣੇ ਜ਼ਰੂਰੀ ਨੇ। ਬਿਲਕੁਲ, ਬਹੁਤ ਵਧੀਆ ਗੱਲ ਹੈ ਕਿ ਇਹ ਕਾਨੂੰਨ ਵਾਪਸ ਲੈਣੇ ਪੈਣਗੇ। ਔਰ ਦੋਸਤੋ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਸੀਂ ਵੇਖ ਹੀ ਸਕਦੇ ਹੋ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਹਨਾਂ ਧਰਨਿਆਂ ਦੇ ਵਿੱਚ ਬੱਚੇ ਤੋਂ ਲੈ ਕੇ ਜਵਾਨ ਤੱਕ, ਬਜ਼ੁਰਗ ਤੱਕ, ਜਿਸ ਤਰ੍ਹਾਂ ਦੀ ਵੀ ਕੋਈ ਸੇਵਾ ਕਰ ਸਕਦਾ ਉਹ ਆਪਣਾ ਪਲ ਜਿਹੜਾ ਹੈ ਉਹ ਇਹਨਾਂ ਧਰਨਿਆਂ ਉੱਪਰ ਦੇ ਰਿਹਾ ਹੈ। ਔਰ ਮੈਂ ਉਸ ਅਕਾਲ ਪੁਰਖ ਦੇ ਚਰਨਾਂ 'ਚ ਹਮੇਸ਼ਾ ਦੁਆ ਕਰਦਾ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਸਟਰਗਲ ਹੈ ਇਸ ਦਾ ਜਿਹੜਾ ਰਿਜ਼ਲਟ ਹੈ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਨਿਕਲੇ। ਔਰ ਕੇਂਦਰ ਸਰਕਾਰ ਵੱਲੋਂ ਜਿਹੜੇ ਕਾਲੇ ਕਾਨੂੰਨ ਬਣਾ ਕੇ ਸਾਡੇ ਲੋਕਾਂ ਦੇ ਉੱਪਰ ਥੋਪੇ ਗਏ ਨੇ, ਜਲਦੀ ਤੋਂ ਜਲਦੀ ਉਸ ਦੀ ਅਨਾਉਂਸਮੈਂਟ ਵਾਪਸ ਲੈਣ ਦੀ ਕਰੇ ਤਾਂ ਕਿ ਕਿਸਾਨ ਭੈਣਾਂ, ਵੀਰ, ਬੱਚੇ, ਬਜ਼ੁਰਗ ਦੁਬਾਰਾ ਫਿਰ ਪੰਜਾਬ ਦੇ ਨਾਲ ਜੁੜ ਸਕਣ ਔਰ ਆਪਣੀ ਆਪਣੀ ਸਟੇਟ ਵਿੱਚ ਜਾ ਕੇ ਆਪਣਾ ਆਪਣਾ ਝੰਡਾ ਬੁਲੰਦ ਕਰ ਸਕਣ। ਸੋ ਦੋਸਤੋ ਪੋਸਟਰ ਮੇਕਿੰਗ ਚੱਲ ਰਿਹਾ ਹੈ, ਤਰ੍ਹਾਂ ਤਰ੍ਹਾਂ ਦੇ ਸਲੋਗਨ ਲਿਖੇ ਜਾ ਰਹੇ ਨੇ ਔਰ ਇਸ ਸਲੋਗਨ ਦੇ ਵਿੱਚ ਮੈਂ ਦੇਖ ਰਿਹਾ ਕਿ ਕਾਫੀ ਜ਼ਿਆਦਾ ਵੀਰਾਂ ਦੇ ਨਾਲ ਬੱਚਿਆਂ ਨੇ, ਭੈਣਾਂ ਨੇ ਵੀ ਯੋਗਦਾਨ ਪਾਇਆ। ਮੈਡਮ ਕਿੱਥੋਂ ਹੋ ਔਰ ਕਿੰਨੇ ਦਿਨ ਤੋਂ ਇੱਥੇ ਧਰਨਿਆਂ ਤੇ ਡਟੇ ਹੋ? ਮੈਂ ਜੀ ਚੰਡੀਗੜ੍ਹ ਤੋਂ ਹੈ, ਪਰ ਸਾਡਾ ਪਿੰਡ ਹੈਗਾ ਮੁਕਤਸਰ ਚੱਕਸ਼ੇਰੇ ਵਾਲਾ ਜੀ। ਤੇ ਅਸੀਂ ਕੱਲ ਰਾਤ ਹੀ ਆਏ ਹਾਂ। ਮੈਂ ਇੱਕ ਫਾਈਨਲ ਈਅਰ MBBS ਸਟੂਡੈਂਟ ਹੈ ਤੇ ਅਸੀਂ ਇੱਥੇ ਕੈਂਪ ਲਾਉਣ ਆਏ ਹਾਂ ਤੇ ਅਸੀਂ ਬਸ ਇੱਥੇ ਪੋਸਟਰ ਬਣਾਉਣ ਆਏ। ਕੀ ਲੱਗ ਰਿਹਾ ਕਿ ਆਪਣੇ ਇਸ ਕੈਂਪ ਦਾ, ਇਸ ਪੋਸਟਰ ਮੇਕਿੰਗ ਦਾ ਕੇਂਦਰ ਸਰਕਾਰ ਦੇ ਉੱਪਰ ਕੋਈ ਅਸਰ ਹੋ ਰਿਹਾ? ਉਹ ਪ੍ਰੈਸ਼ਰ ਦੇ ਵਿੱਚ ਹੈ ਜਾਂ ਅਜੇ ਹੋਰ ਪ੍ਰੈਸ਼ਰ ਦੇਣ ਦੀ ਜ਼ਰੂਰਤ ਹੈ? ਆਈ ਥਿੰਕ ਐਵਰੀ ਟਾਈਨੀ ਥਿੰਗ ਦੈਟ ਵੀ ਡੂ, ਅਸੀਂ ਛੋਟੀ ਛੋਟੀ ਇੱਕ ਚੀਜ਼ ਸਾਡੀ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਉਂਦੀ ਹੈ, ਬੀ ਇਟ ਸੋਸ਼ਲ ਮੀਡੀਆ। ਹੁਣ ਜਿਵੇਂ ਅਸੀਂ ਸਟੂਡੈਂਟਸ ਹੈਗੇ ਤਾਂ ਅਸੀਂ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਆਪਦੀ ਪ੍ਰੈਜ਼ੈਂਸ ਕਰ ਰਹੇ ਹਾਂ, ਇੰਸਟਾਗ੍ਰਾਮ, ਸਨੈਪਚੈਟ, ਫੇਸਬੁੱਕ, WhatsApp ਤੇ ਬਾਕੀ ਜਿੰਨੇ ਪੋਸਟਰ ਬਣਾਉਂਗੇ ਉਨੀ ਫੋਟੋਜ਼, ਵੀਡੀਓਜ਼ ਵਾਇਰਲ ਹੋ ਰਹੀਆਂ ਤੇ ਡੈਫੀਨਿਟਲੀ ਇਟ ਡਸ ਮੇਕ ਐਨ ਇੰਪੈਕਟ ਔਨ ਦ ਗਵਰਨਮੈਂਟ। ਅੱਛਾ ਮੈਡਮ, ਇਹ ਜਿਹੜੇ ਸਲੋਗਨ ਹੈ ਇਹ ਸੈਲਫ ਮੇਡ ਹੈ ਜਾਂ ਮਤਲਬ ਕਿਤੇ ਨਾ ਕਿਤੇ ਲਿਖੇ ਹੋਏ ਨੇ ਜਾਂ ਅੰਦਰੋਂ ਉਪਜਦੇ ਨੇ? ਆਹ ਵੇਖੋ ਅੰਦਰੋਂ ਬਣਾਇਆ ਸੀ। ਮਲਾਈ ਨਹੀਂ ਪਸੰਦ ਮੈਨੂੰ ਤਾਂ ਮੈਂ ਬਣਾਇਆ ਕਿ ਵੀ ਹੇਟ ਮੋਦੀ ਮੋਰ ਦੈਨ ਵੀ ਹੇਟ ਮਲਾਈ ਇਨ ਆਰ ਚਾਹ। ਮਲਾਈ ਤੋਂ ਵੱਧ ਮੈਨੂੰ ਮੋਦੀ ਨਾਲ ਨਫ਼ਰਤ ਹੈ ਇਸ ਟਾਈਮ ਤੇ। ਬਿਲਕੁਲ ਹਾਂਜੀ। ਔਰ ਤੁਹਾਡੇ ਨਾਲ ਹੋਰ ਵੀ ਨੌਜਵਾਨ ਪੀੜ੍ਹੀ ਜੁੜੀ ਹੋਏਗੀ, ਉਹਨਾਂ ਦੇ ਕੀ ਵਿਚਾਰ ਨੇ ਇਸ ਪੂਰੇ ਮਤਲਬ ਕਾਨੂੰਨਾਂ ਨੂੰ ਲੈ ਕੇ? ਹਾਂਜੀ ਦੇਖੋ, ਹੁਣ ਸਾਡੇ ਨਾਲ ਦੇ ਜਿੰਨੇ ਵੀ ਬੱਚੇ ਹੈਗੇ ਉਹ ਸਾਰੇ ਖੇਤੀ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ, ਜਿਹੜਾ ਬੰਦਾ ਰੋਟੀ ਖਾਂਦਾ ਉਹ ਕਿਸਾਨ ਨਾਲ ਜੁੜਿਆ, ਜਿਹੜਾ ਭੁੱਖਾ ਰਹਿੰਦਾ ਉਹ ਨਹੀਂ ਜੁੜਿਆ। ਸੋ ਐਵਰੀਬਾਡੀ ਔਨ ਦਿਸ ਅਰਥ ਇਜ਼ ਕਨੈਕਟਡ ਟੂ ਦ ਫਾਰਮਰ ਡਾਇਰੈਕਟਲੀ। ਤਾਂ ਸਾਰੇ ਜਣੇ ਆਹੀ ਕਹਿ ਰਹੇ ਆ, ਜਿਹੜੇ ਨਹੀਂ ਵੀ ਸਮਝਦੇ ਐਗਜ਼ੈਕਟਲੀ ਫਾਰਮ ਲਾਜ਼ ਨੂੰ, ਉਹੀ ਕਹਿ ਰਹੇ ਕਿ ਸਰਕਾਰ ਇੱਕ ਵਾਰੀ ਬਹਿ ਕੇ ਉਹਨਾਂ ਦੀ ਗੱਲ ਤਾਂ ਸੁਣੇ, ਕਲੀਅਰਲੀ ਉਹਨਾਂ ਨਾਲ ਗੱਲਬਾਤ ਤਾਂ ਕੀਤੀ ਜਾਵੇ। ਇਟ ਇਜ਼ ਅ ਰੈਵੋਲੂਸ਼ਨ ਇਜ਼ ਹੈਪਨਿੰਗ ਹੀਅਰ। ਹੁਣ ਇਟ ਇਜ਼ ਨਾਟ ਅ ਪ੍ਰੋਟੈਸਟ, ਹੁਣ ਇਹ ਇਨਕਲਾਬ ਹੈ। ਬਿਲਕੁਲ। ਤੇ ਇੰਨੀ ਦੁਨੀਆ, ਦ ਪੋਪੂਲੇਸ਼ਨ ਆਫ ਯੂਨਾਈਟਿਡ ਸਟੇਟਸ ਦੀ ਪੋਪੂਲੇਸ਼ਨ ਨਾਲੋਂ ਵੱਧ ਕਿਸਾਨ ਇੱਥੇ ਹੈਗੇ, ਕੁਝ 1-2 ਲੱਖ ਤੋਂ ਵੱਧ ਟਰੈਕਟਰਸ ਇੱਥੇ ਹੈਗੇ। ਸੋ ਇਟ ਦ ਲੀਸਟ ਦੈਟ ਅ ਗਵਰਨਮੈਂਟ ਕੈਨ ਡੂ ਇਜ਼ ਉਹ ਇੱਥੇ ਆ ਕੇ
ਜਿਹੜਾ ਬੰਦਾ ਮੋਦੀ ਨੂੰ ਕਹਿਣ ਵਾਲੀ ਗੱਲ ਹੈ ਕਿ ਤੂੰ ਇੱਕ ਰਾਤ ਫੁੱਟਪਾਥ ਤੇ 2 ਡਿਗਰੀ ਟੈਂਪਰੇਚਰ 'ਚ ਸੌ ਕੇ ਦਿਖਾ, ਤੇ ਫਿਰ ਉਹ ਅਗਲੇ ਦਿਨ ਹੀ ਆਊਗਾ ਗੱਲ ਸੁਣਨ। ਅੱਛਾ ਮੈਡਮ, ਕੁਝ ਬੱਚੀਆਂ ਜਿਹੜੀਆਂ ਅਜੇ ਵੀ ਬੱਚੀਆਂ ਆਉਣਾ ਚਾਹੁੰਦੀਆਂ ਨੇ ਲੇਕਿਨ ਉਹਨਾਂ ਨੂੰ ਕੋਈ ਕਹਿ ਸਕਦੇ ਆ ਕਿ ਕਨਵੈਂਸ ਨਹੀਂ ਮਿਲ ਰਿਹਾ ਜਾਂ ਪਤਾ ਨਹੀਂ ਕੀ ਪ੍ਰੋਬਲਮ ਹੈ, ਉਹਨਾਂ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਕੀ ਕਹਿਣਾ ਚਾਹੁੰਦੇ? ਮੈਂ ਆਹੀ ਕਹਿਣਾ ਚਾਹੂੰਗੀ ਦੈਟ ਇਟ ਇਜ਼ ਐਕਸਟ੍ਰੀਮਲੀ ਸੇਫ, ਕੁੜੀਆਂ ਲਈ ਵੀ ਬੱਚਿਆਂ ਲਈ ਵੀ। ਸੋ ਡੈਫੀਨਿਟਲੀ ਆਈ ਵੁੱਡ ਇਨਕਰੇਜ ਮੋਰ ਐਂਡ ਮੋਰ ਫੈਮਿਲੀਜ਼ ਟੂ ਕਮ। ਛੋਟੇ ਛੋਟੇ ਬੱਚਿਆਂ ਨੂੰ ਆਪਦਿਆਂ ਨੂੰ ਲੈ ਕੇ ਆਓ ਸੋ ਦੈਟ ਦੇ ਕੈਨ ਸੀ ਕਿ ਅੱਗੇ ਲਾਈਫ 'ਚ ਹੋ ਕੀ ਰਿਹਾ, ਕੀ ਸਰਕਾਰ ਹੈਗੀ, ਅਗਲਾ ਇਲੈਕਸ਼ਨ 'ਚ ਤੁਸੀਂ ਕਿਵੇਂ ਕਿਹਨੂੰ ਇਲੈਕਟ ਕਰਨਾ ਤੇ ਕਿਵੇਂ ਇਲੈਕਟ ਕਰਨਾ, ਬਿਕੋਜ਼ ਇਟ ਇਜ਼ ਵੈਰੀ ਇੰਪੋਰਟੈਂਟ। ਕੀ ਰਵਾਇਤੀ ਪਾਰਟੀਆਂ ਦਾ ਜਿਹੜਾ ਅਕਸ ਹੈ ਉਹ ਖਤਮ ਹੋ ਚੁੱਕਾ ਹੈ ਹੁਣ? ਆਈ ਥਿੰਕ ਦੇਖੋ ਮੈਂ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦੇਣਾ ਮੈਂ ਚਾਹੁੰਦੀ, ਵੈਸੇ ਪੁੱਛ ਲਿਆ, ਤੁਸੀਂ ਗੱਲ ਕੀਤੀ, ਮੈਂ ਵੈਸੇ ਪੁੱਛ would ਲਿਆ definitely- ਵੀ ਤਕਰੀਬਨ ਕਿਉਂਕਿ ਸਾਥ ਨਹੀਂ ਲੈ ਰਿਹਾ ਇਸ ਵਾਰ ਕਿਸਾਨ ਔਰ ਮਜ਼ਦੂਰ ਜਿਹੜਾ ਹੈ। ਦੇਖੋ ਜੀ ਸਾਰਿਆਂ ਦੇ ਸਾਹਮਣੇ ਹੀ ਹੈ ਕਿਹੜੀ ਸਰਕਾਰ ਨੇ ਕਿੰਨਾ ਸਾਥ ਦਿੱਤਾ ਹੈ, ਤਾਂ ਸਾਰੇ ਜਣੇ ਐਵਰੀ ਵਿਊਅਰ ਆਫ ਯੋਰਸ ਵਿਲ ਹੈਵ देयर ਓਨ ਓਪੀਨੀਅਨ। ਤਾਂ ਹਰ ਇੱਕ ਨੂੰ ਇੱਕ ਤਰੀਕੇ ਨਾਲ ਆਪਦੇ ਆਪ ਨੂੰ ਥੋੜੀ ਡਿਸੋਸੀਏਟ ਕਰਕੇ ਦੂਰੋਂ ਵੇਖੋ ਤਾਂ ਸਹੀ ਤੇ ਕਿ ਤੁਹਾਡੀ ਕੰਟਰੀ ਚੱਲ ਕੀ ਰਿਹਾ ਹੈ। ਬਿਲਕੁਲ ਬਿਲਕੁਲ, ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ ਮੈਡਮ ਨੇ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਵਾਰ ਜਿਹੜਾ ਇਹ ਮਤਲਬ ਇਨਕਲਾਬ ਜਿਹੜਾ ਹੈ, ਇਹਨਾਂ ਨੇ ਬਹੁਤ ਵਧੀਆ ਸ਼ਬਦ ਦਿੱਤਾ, ਇਨਕਲਾਬ ਹੈ, ਇਸ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈ। ਔਰ ਖਾਸ ਕਰਕੇ ਇਹਨਾਂ ਨੇ ਮੈਡਮ ਨੇ ਇਹ ਦੱਸਿਆ ਕਿ ਜੇਕਰ ਕੋਈ ਬੱਚੀਆਂ ਆਉਣੀਆਂ ਚਾਹੁੰਦੀਆਂ ਤੇ ਬੜੇ ਹੀ ਸੁਖਾਨਾ ਮਾਹੌਲ ਦੇ ਵਿੱਚ ਇੱਥੇ ਆ ਕੇ ਰਹਿ ਸਕਦੀਆਂ ਨੇ, ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ। ਮੌਜੂਦਾ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ। ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ, ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ, ਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਿਜਾਤ ਦਿਵਾਉਣ ਲਈ ਹਾਜ਼ਰ ਹੈ।